एक ओंकार सतनाम करता पुरख निर्भयो निर्वैर अकाल मूर्त अजूनी सैभं गुर प्रसाद जप आद सच जुगाद सच है कि सच नानक होसी कि सच ज्यों बुलाव है त्यों बोले स्वामी गुरु कवण हमारी साध संग नानक जस गायो गुरु की पत्यारी गुर तीरथ गुर पारजात गुरु मन साधु मनहार गुर दाता हर नाम ने संसार गुर समर्थ गुर निरंकार गुर पूजा अगम अपार गुर की महिमा है जब फतेह कतनहार गुरु की महिमा है जब फतेह कतनहार। सतगुरु दरबार गुरु का स्वरूप गुरु की पवित्र मानव साथ संगीतो आ गुरुदेव के चरण ते बुला के सतगुरुदेव से महान दरबार सारे हाजिर जवाजी जीओ। वाहिगुरू जी का खालसा वाहिगुरू जी की फतेह। साधक सतगुਰਾਂ ਨੇ ਮੇਰਾ ਕੀਤੀਆਂ ਹਨ, ਸਾਨੂੰ ਮੋਲਕ ਦਰਸ਼ਨ ਦੀਦਾਰੇ ਬਖਸ਼ੇ ਹਨ। ਇਸ ਬ੍ਰਹਮੰਡ ਦੇ ਵਿੱਚ ਸਭ ਤੋਂ ਮੋਲਕ ਵਸਤੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਆਪਾਂ ਕੀਰਤਨ ਸਰਵਣ ਕੀਤਾ ਹੈ। ਸੱਚਖੰਡ ਦੇ ਸਾਬਕਾ ਗੁਰੂ ਜਾਤੀ ਭਾਈ ਜਗੇਸ਼ ਸਿੰਘ ਪਾਸੋਂ ਆਓ ਥੋੜ੍ਹਾ ਜਿਹਾ ਸਮਾਂ ਉਸ ਵਿਕਾਸ ਵੱਲ ਬਾਣੀ ਵੱਲ ਲਾਈਏ। ਸਤਿਗੁਰੂ ਜੀ ਦੀ ਵਚਨ ਬਾਣੀ ਦੇ ਵਿੱਚ ਮਨੁੱਖ ਨੂੰ ਸੁਖੀ ਕਰਨ ਖਾਤਰ, ਮਨੁੱਖ ਦੇਹ ਨੂੰ ਸਫਲਾ ਕਰਨ ਖਾਤਰ, ਸਦਾ ਆਨੰਦਮਈ ਅਵਸਥਾ ਵਿੱਚ ਰਹਿਣ ਦੇ ਲਈ ਸਤਿਗੁਰੂ ਨੇ ਮੰਤਰ ਬਖਸ਼ਿਆ ਬਾਣੀ ਦੇ ਵਿੱਚ। ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਦੇਹ ਦੀ ਰੋਗਤਾ ਦੇ ਕੈਸਾ ਕੋਈ ਸੂਰਤ ਵਚਨ ਹੈ, ਮੰਤਰ ਹੈ ਸਤਿਗੁਰੂ ਨੇ ਦਿੱਤਾ ਕਿ ਜੋ ਵਾਹਿਗੁਰੂ ਸਰਬ ਸਮਰੱਥ ਹੈ, ਜਿਹਨੂੰ ਦੁੱਖ ਨਹੀਂ, ਜਿਹਨੂੰ ਰੋਗ ਨਹੀਂ, ਜਿਹਨੂੰ ਸੋਗ ਨਹੀਂ, ਜਿਹਨੂੰ ਕਲੇਸ਼ ਨਹੀਂ, ਜਿਹਦੇ ਉੱਤੇ ਉਮਰ ਦਾ ਅਸਰ ਨਹੀਂ ਕੋਈ, ਜਿਹਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੈ, ਇਹੋ ਜਿਹਾ ਵਾਹਿਗੁਰੂ ਹੈ ਜਿਹੜਾ ਉਹਦੇ ਚਰਨ ਤੇਰੇ ਹਿਰਦੇ ਅੰਦਰ ਵਸਦੇ। ਘਟ ਵਸੈ ਚਰਨਾਰ ਬਿੰਦ। ਇਹੋ ਜਿਹਾ ਵਾਹਿਗੁਰੂ ਜਿਹਨੂੰ ਕੋਈ ਦੁੱਖ ਸੁੱਖ ਦਾ ਲਾਲਚ ਨਹੀਂ ਹੈ, ਕੋਈ ਕਿਸੇ ਕਿਸਮ ਦਾ ਸੋਗ ਨਹੀਂ ਹੈ ਜਿਹਦੀ ਜ਼ਿੰਦਗੀ ਦੇ ਵਿੱਚ, ਜਿਹਦੇ ਵਿੱਚ ਐਸਾ ਵਾਹਿਗੁਰੂ ਤੇਰੇ ਹਿਰਦੇ ਅੰਦਰ ਵਸਦਾ ਹੈ। ਘਟ ਵਸੈ ਚਰਨਾਰ ਬਿੰਦ। ਤੇ ਇਹੋ ਜਿਹੇ ਵਾਹਿਗੁਰੂ ਤੱਕ ਪਹੁੰਚ ਕਿਵੇਂ ਹੋਵੇ? ਸਤਿਗੁਰੂ ਕਹਿੰਦੇ ਨੇ ਰਸਨਾ ਜਪੈ ਗੋਪਾਲ। ਕਿੱਡਾ ਸੌਖਾ ਇਹ ਫਾਰਮੂਲਾ ਦਰਸਾਇਆ ਮਹਾਰਾਜ ਨੇ ਕਿ ਹਰ ਪ੍ਰਾਣੀ ਵਾਹਿਗੁਰੂ ਤੱਕ ਆਪਣੀ ਪਹੁੰਚ ਕਰ ਸਕਦਾ ਰਸਨਾ ਨਾਲ ਵਾਹਿਗੁਰੂ ਨੂੰ ਜਪ, ਰਸਨਾ ਨਾਲ ਵਾਹਿਗੁਰੂ ਨੂੰ ਜਪ। ਨਾਨਕ ਸੋ ਪ੍ਰਭ ਸਿਮਰਿਐ। ਤੇ ਅੱਗੇ ਦਾਨ ਦਿੱਤਾ ਹੈ, ਜਿਹੜਾ ਜਪੇਗਾ, ਜਪਣ ਦੇ ਨਾਲ ਤੇਰਾ ਧਿਆਨ ਪਰਪੱਕ ਹੋਵੇਗਾ, ਜਪਣ ਨਾਲ ਤੈਨੂੰ ਗਿਆਨ ਮਿਲੇਗਾ, ਜਪਣ ਦੇ ਨਾਲ ਤੇਰੇ ਅੰਦਰ ਸਿਮਰਨ ਪਰਪੱਕ ਹੋਵੇਗਾ। ਤੇ ਜਦੋਂ ਵਾਹਿਗੁਰੂ ਦਾ ਸਿਮਰਨ, ਗੁਰੂ ਦਾ ਸਿਮਰਨ ਤੇਰੇ ਅੰਦਰ ਹੋਣ ਲੱਗ ਗਿਆ ਤੇ ਸਤਿਗੁਰੂ ਕਹਿੰਦੇ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਦੇਖੋ ਕਿੰਨੀ ਖੂਬਸੂਰਤ ਗੱਲ ਕਹੀ ਹੈ। ਜਿਹੜੀ ਦੇਹ ਵਾਹਿਗੁਰੂ ਨੇ ਤੈਨੂੰ ਦਿੱਤੀ ਹੈ, ਸਿਮਰਨ ਕਰਦਿਆਂ, ਉਹਦੀ ਯਾਦ ਕਰਦਿਆਂ ਇਹਦੀ ਪਾਲਣਾ ਕਰ। ਇਸ ਦੇਹੀ ਦੀ ਪਾਲਣਾ ਕਰਨੀ ਹੈ, ਇਸ ਕਿਉਂਕਿ ਇਸ ਦੇਹੀ ਦੇ ਅੰਦਰ ਵਾਹਿਗੁਰੂ ਦੇ ਚਰਨ ਵਸੇ ਹਨ। ਤੇ ਜੇ ਇਸ ਦੇਹੀ ਦੇ ਅੰਦਰ ਸ਼ਰਾਬ ਪਾਈਏ, ਜੇ ਇਸ ਦੇਹੀ ਦੇ ਨਾਲ ਪਾਪ ਕਰਮ ਕਰੀਏ, ਵਾਹਿਗੁਰੂ ਜਿਹੜਾ ਅੰਦਰ ਬੈਠਾ ਕਦ ਸੁਖੀ ਹੋਊਗਾ, ਕਦ ਤੈਨੂੰ ਖੁਸ਼ੀ ਦਾ ਦਾਨ ਉਸ ਵਾਹਿਗੁਰੂ ਕੋਲੋਂ ਪ੍ਰਾਪਤ ਹੋਵੇਗਾ। ਇਸ ਦੇਹੀ ਦੇ ਅੰਦਰ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਵਾਰ ਮੱਸੇ ਨੇ ਪਾਪ ਕੀਤੇ ਸਨ ਕਿ ਉਹਨੂੰ ਸਜ਼ਾ ਕੀ ਮਿਲੀ? ਫਿਰ ਵੱਢ ਕੇ ਉਹਦਾ ਪਾਸੇ ਸੁੱਟ ਦਿੱਤਾ ਗਿਆ। ਉਸ ਪਵਿੱਤਰ ਜਗ੍ਹਾ ਦੇ ਉੱਤੇ ਉਹਨੇ ਪਾਪ ਕੀਤਾ ਸੀ। ਸਾਰੀ ਉਹਨਾਂ ਦੀ ਕੌਮ ਨੂੰ ਇਹ ਜਿਹੜਾ ਹੈ ਸਬਕ ਮਿਲਿਆ। ਤੇ ਇਸ ਦੇਹੀ ਦੇ ਅੰਦਰ ਇਹਨੂੰ ਵੀ ਹਰਮੰਦਰ ਸਤਿਗੁਰੂ ਜੀ ਨੇ ਕਿਹਾ। ਹਰਮੰਦਰ ਇਹੋ ਸਰੀਰ ਹੈ।
ਇਹ ਹਰਿਮੰਦਰ ਹੈ, ਜਿਹੜਾ ਸਰੀਰ ਹੈ ਇਹ ਹਰਿਮੰਦਰ ਦਾ ਰੂਪ ਹੈ, ਕਿਉਂਕਿ ਇਸ ਦੇ ਅੰਦਰ ਵਾਹਿਗੁਰੂ ਵਸਦਾ ਹੈ। ਤੇ ਇਸ ਹਰਿਮੰਦਰ ਦੇ ਜਿਹੜੇ ਪੰਜ ਇੰਦਰੇ ਦਿੱਤੇ ਹਨ, ਪੰਜ ਇੰਦਰੀਆਂ ਨਾਲ ਤੂੰ ਪਾਪ ਕਰਦਾ ਹੈ, ਵਾਹਿਗੁਰੂ ਦੀ ਕਦ ਖੁਸ਼ੀ ਪ੍ਰਾਪਤ ਕਰੇਗਾ। ਹਜ਼ੂਰ ਕਹਿੰਦੇ ਨੇ 10 ਵਸਤੂ ਲੈ ਪਾਛਾ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। 10 ਇੰਦਰੀਆਂ ਦਿੱਤੀਆਂ ਹਨ ਤੈਨੂੰ, 5 ਕਰਮ ਇੰਦਰੇ ਦਿੱਤੇ ਹਨ ਤੇ 5 ਗਿਆਨ ਇੰਦਰੇ ਦਿੱਤੇ ਹਨ। 5 ਕਰਮ ਇੰਦਰੇ ਨੇ ਤੇ 5 ਗਿਆਨ ਇੰਦਰੇ ਹਨ, 10 ਦਿੱਤੇ ਨੇ। ਏਕ ਵਸਤ ਕਾਰਨ ਵਿਖੋਟ ਗਵਾਵੈ। ਵਿਖੋਟ ਕਹਿੰਦੇ ਨੇ ਵਿਸ਼ਵਾਸ ਖੋ ਲੈਣਾ। ਇੱਕ ਵਸਤੂ ਕਿਹੜੀ ਹੈ? ਮਨ ਦਿੱਤਾ ਹੈ, ਮਨ ਵਾਹਿਗੁਰੂ ਨੂੰ ਤੂੰ ਵਾਪਸ ਨਹੀਂ ਕਰਦਾ, ਮਨ ਵਾਹਿਗੁਰੂ ਦੇ ਨਾਲ ਜੋੜਨਾ ਨਹੀਂ, ਤੂੰ ਸਾਰਾ ਕੁਝ ਗਵਾ ਲੈਂਦਾ। ਇੱਕ ਵਸਤ ਕਾਰਨ ਵਿਖੋਟ ਗਵਾਵੈ, ਵਿਸ਼ਵਾਸ ਉੱਠ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਤੂੰ ਕਿਵੇਂ ਪ੍ਰਾਪਤ ਕਰੇਗਾ। ਇੱਕ ਵਸਤੂ ਦੇ ਕਾਰਨ ਮਨ ਹੈ ਜਿਹੜਾ ਲਾਉਣਾ ਸੀ ਵਾਹਿਗੁਰੂ ਨੂੰ ਦੇ ਚਰਨਾਂ ਨਾਲ, ਤੇ ਮਨ ਤੂੰ ਲਾ ਲਿਆ ਦੁਨੀਆ ਦੇ ਨਾਲ। ਕਿਵੇਂ ਤੈਨੂੰ ਪ੍ਰਾਪਤ ਹੋ, ਕਿਵੇਂ ਤੈਨੂੰ ਪ੍ਰਾਪਤੀ ਹੋਵੇਗੀ। ਸੋ ਪੰਜਾਬੀ ਦੇ ਵਿੱਚ 2 ਲਫ਼ਜ਼ ਨੇ, ਇੱਕ ਬਿਜ ਹੈ, ਇੱਕ ਬਜਰ ਹੈ। ਬਿਜ ਪੱਥਰ ਨੂੰ ਕਹਿੰਦੇ ਨੇ। ਆਪਾਂ ਆਮ ਘਰਾਂ ਦੇ ਵਿੱਚ ਗੱਲ ਸੁਣਦੇ ਆ ਵੀ ਕੀ ਤੇਰੇ ਤੇ ਬਿਜ ਪੈ ਗਈ। ਬਿਜ ਦਾ ਮਤਲਬ ਹੁੰਦਾ ਵੀ ਪੱਥਰ ਵਰਗੀ ਕੋਈ ਸਖਤ ਚੀਜ਼ ਪੈ ਗਈ, ਤੂੰ ਸਾਰਾ ਕੁਝ ਭੁੱਲ ਗਿਆ। ਇੱਕ ਹੁੰਦਾ ਬਜਰ। ਸਤਿਗੁਰੂ ਜੀ ਨੇ ਵਰਤਿਆ ਸ਼ਬਦ ਬਜਰ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰ ਹੈ। ਕਿ ਜਦੋਂ ਸਾਰੇ ਕੰਮ ਕਰਦਾ ਖੁਸ਼ ਹੈ, ਜੇ ਖਾਣ ਨੂੰ ਹੋਵੇ ਬੰਦਾ ਖੁਸ਼ ਹੈ, ਜੇ ਅੱਖਾਂ ਨਾਲ ਰੰਗ ਤਮਾਸ਼ੇ ਦੇਖਣ ਨਾਲ ਬੰਦਾ ਖੁਸ਼ ਹੈ, ਜੇ ਤੁਰ ਕੇ ਕਿਤੇ ਰੰਗ ਤਮਾਸ਼ੇ ਦੇਖਣ ਜਾਣੇ ਹੋਣ ਫਿਰ ਲੱਤਾਂ ਪੈਰ ਸਾਰਾ ਸਰੀਰ ਖੁਸ਼ ਹੈ। ਪਰ ਜੇ ਕਹਿੰਦੀ ਵੀ ਵਾਹਿਗੁਰੂ ਦਾ ਸਿਮਰਨ ਕਰਨਾ, ਬੈਠ ਕੇ ਤੇ 2 ਘੰਟੇ ਸਿਮਰਨ ਕਰ ਵਾਹਿਗੁਰੂ ਦੀ ਯਾਦ ਦੇ ਵਿੱਚ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰ ਹੈ। ਇਹਦੇ ਸਿਰ ਤੇ ਬਜਰਾ ਵੱਜਦਾ। ਬਜਰ ਕੀ ਹੈ? ਤੇ ਇਹ ਪੁਰਾਤਨ ਕਥਾ ਦੇ ਵਿੱਚੋਂ ਲਫ਼ਜ਼ ਲਿਆ ਗਿਆ ਹੈ। ਬਜਰ ਦਾ ਮਤਲਬ ਹੈ ਇੰਦਰ ਦੀ ਗਦਾ। ਇੰਦਰ ਦੇ ਕੋਲ ਇੱਕ ਸ਼ਸਤਰ ਹੈ, ਉਹਨੂੰ ਕਹਿੰਦੇ ਨੇ ਗਦਾ। ਜਿਹਦੇ ਉੱਤੇ ਵੱਜ ਜਾਵੇ ਉਹ ਖਤਮ ਹੋ ਜਾਂਦਾ, ਉਹ ਨਹੀਂ ਸਾਹ ਲੈ ਸਕਦਾ ਦੂਜਾ। ਤੇ ਗਦਾ ਏਡੀ ਕਿਹੜੀ ਹੈ, ਤੇ ਐਸੀ ਗਦਾ ਹੈ ਇਹ ਜਿਹਦੀ ਬਣਾਵਟ ਦੇ ਵਿੱਚ ਨਾਮ ਸਿਮਰਨ ਵਾਲੇ ਦਾ ਹੱਥ ਹੈ। ਗਦਾ ਇੰਦਰ ਨੇ ਬਣਾਈ ਕਿਵੇਂ? ਕਹਿੰਦੇ ਨੇ ਕਿ ਇੰਦਰ ਸੀ ਜਿਹੜਾ ਰਾਜਾ, ਆਪਾਂ ਕਈ ਵਾਰ ਖਾਣੀਆਂ, ਮਹਾਂਭਾਰਤ ਪੜ੍ਹੋ, ਪੁਰਾਣ ਪੜ੍ਹੋ, ਉਹਦੇ ਵਿੱਚ ਇਹ ਗੱਲਾਂ ਆਉਂਦੀਆਂ ਨੇ ਵੀ ਇੰਦਰ ਦੇ ਰਾਜ ਨੂੰ ਕਈ ਵਾਰ ਖੋਣ ਦੀ ਕੋਸ਼ਿਸ਼ ਦੈਂਤਾਂ ਨੇ ਕੀਤੀ, ਤੇ 800-900 ਦੈਂਤ ਇਕੱਠੇ ਹੋ ਕੇ ਇੰਦਰ ਦੇ ਰਾਜ ਨੂੰ ਖੋਹਣ ਤੁਰ ਪਏ। ਇੰਦਰ ਨੇ ਬੜਾ ਜ਼ੋਰ ਲਾਇਆ ਵੀ ਮੈਂ ਇਹਨੂੰ ਕਾਬੂ ਕਰ ਲਵਾਂ, ਪਰ ਉਹ ਇਹਨੂੰ ਕਾਬੂ ਨਾ ਆਇਆ। ਹਾਰ ਕੇ ਉਸਨੇ ਸੋਚਿਆ ਵੀ ਕਾਰਨ ਕੀ ਹੈ ਵੀ ਇਹ ਕਾਬੂ, ਕਹਿੰਦਾ ਨਹੀਂ ਆਉਣੇ। ਇਹਦੇ ਨਾਲ ਇਹ ਕਾਬੂ ਤਾਂ ਆਉਣਗੇ ਜੇ ਨਾਮ ਜਪਣ ਵਾਲਾ ਕੋਈ ਕੁਰਬਾਨੀ ਕਰੇ, ਉਹਦੀਆਂ ਹੱਡੀਆਂ ਦੀ ਗਦਾ ਬਣੇ ਤੇ ਸਦਾ ਵਾਸਤੇ ਦਾ ਦੈਂਤਾਂ ਦਾ ਰਾਜ ਹੋ। ਤੇ ਇੰਦਰ ਆਪਣੇ ਤਖਤ ਤੇ ਬੈਠਾ ਸੋਚਣ ਲੱਗਿਆ ਵੀ ਕਿਹੜਾ ਐਸੀ ਕੁਰਬਾਨੀ ਕਰਨ ਵਾਲਾ ਕਿਹੜਾ ਹੈ। ਸੋ ਸਾਧ ਸੰਗਤ ਦੁਨੀਆ ਦੇ ਵਿੱਚ ਬੜੇ ਬੰਦੇ ਹੁੰਦੇ ਹਨ, ਛੋਟੀਆਂ ਕੁਰਬਾਨੀਆਂ ਕਰਨ ਵਾਲੇ ਬੜੇ ਹੁੰਦੇ ਹਨ, ਪਰ ਵੱਡੀ ਕੁਰਬਾਨੀ ਕਰਨੀ ਹੈ ਜਿਹੜੀ ਨਿਰਸਵਾਰਥ ਹੋ ਕੇ ਕਿਸੇ ਖਾਤਰ, ਪੰਥ ਖਾਤਰ, ਕਿਸੇ ਦੇ ਭਲੇ ਖਾਤਰ ਪਰਉਪਕਾਰ ਕਰਨਾ। ਇਹ ਜਿਹੜਾ ਸਵਾਸ ਨਾਮ ਜਪਣ ਵਾਲਾ ਹੈ, ਤੇ ਸਵਾਸ ਨਾਮ ਜਪਣਾ ਜਿਹਦਾ ਪ੍ਰਵਾਨ ਹੋ ਜਾਵੇ ਗੁਰੂ ਦੇ ਦਰ ਦੇ ਉੱਤੇ, ਉਹਦੇ ਅੰਦਰ ਇਹ ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ। ਜੇ ਗੁਰੂ ਮਿਹਰ ਕਰਦੇ, ਸਿੱਖ ਤਾਂ ਸਾਰੇ ਹੀ ਨਾ, ਆਪਣੇ ਆਪ ਤਾਂ ਸਾਰੇ ਸਿੱਖ ਬਣ ਜਾਂਦੇ ਆ, ਪਰ ਸਿੱਖ ਕੌਣ ਹੈ? ਜਿਹਨੂੰ ਗੁਰੂ ਕਹੇ ਤੂੰ ਮੇਰਾ ਸਿੱਖ ਹੈ, ਸਿੱਖ ਉਹ ਹੁੰਦਾ ਹੈ। 100 ਸਿੱਖ ਸਖਾ ਬੰਧਨ ਹੈ ਭਾਈ, ਜੇ ਗੁਰੂ ਕੇ ਭਾਣੇ ਵਿੱਚ ਆਵੇ, ਉਹ ਸਿੱਖ ਹੈ, ਉਹ ਸਖਾ ਹੈ, ਉਹ ਬੰਧਕ ਹੈ, ਰਿਸ਼ਤੇਦਾਰ ਹੈ, ਜੇ ਗੁਰੂ ਦੇ ਭਾਣੇ ਦੇ ਵਿੱਚ ਆ ਜਾਵੇ। ਸੋ ਇੰਦਰ ਨੇ ਸੋਚਿਆ ਵੀ ਕੀ ਦੇਖੀਏ ਕਿਹੜਾ ਹੱਡੀਆਂ ਕਹਿੰਦਾ ਇਹੋ ਜਿਹੀਆਂ ਚਾਹੀਦੀਆਂ ਜਿਹੜਾ ਨਾਮ ਸਵਾਸ ਨਾਮ ਜਪਣ ਵਾਲਾ। ਸਾਰੇ ਬ੍ਰਹਿਮੰਡ 'ਚ ਦੇਖਿਆ, ਉਹ ਇੱਕ ਰਿਸ਼ੀ ਲੱਭਿਆ, ਉਹਦਾ ਨਾਮ ਸੀ ਦਧੀਚ ਰਿਸ਼ੀ। ਤੇ ਉਹਦੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ। ਕਹਿੰਦਾ ਆਓ ਰਾਜਾ, ਇੱਧਰ ਕਿਵੇਂ ਆਏ? ਕਹਿੰਦਾ ਮਹਾਰਾਜ ਬੇਨਤੀ ਹੈ। ਕਹਿੰਦੇ ਕਿਵੇਂ, ਕੀ ਬੇਨਤੀ ਹੈ? ਕਹਿੰਦਾ ਬੇਨਤੀ ਇਹ ਹੈ ਵੀ ਤੁਹਾਡੀਆਂ ਹੱਡੀਆਂ ਚਾਹੀਦੀਆਂ। ਤੇ ਦਧੀਚ ਕਹਿੰਦਾ ਰਾਜਾ ਇੱਧਰ ਮੈਨੂੰ ਦੱਸ ਵੀ ਆਪਣਾ ਗਿਆਨ ਹਰੇਕ ਨੂੰ ਪਿਆਰੇ, ਜਿਹਨੂੰ ਸਰੀਰ ਹਰੇਕ ਨੂੰ ਪਿਆਰਾ ਹੁੰਦਾ ਹੈ, ਤੂੰ ਮੇਰੀਆਂ ਹੱਡੀਆਂ ਕਿਉਂ ਮੰਗਦਾ? ਹੋਰ ਬ੍ਰਹਿਮੰਡ 'ਚ ਹੋਰ ਕੋਈ ਹੈ ਨਹੀਂ? ਕਹਿੰਦਾ ਮਹਾਰਾਜ ਤੁਸੀਂ ਨਾਮ ਜਪਣ ਵਾਲੇ ਕੀ ਕਰਨੀਆਂ ਨੇ?
कहते परोपकार खातर करना। संसार के दैंतां का जुर्म बहुत वध गया, दैंत तंग करते हैं, उन्होंने मारन खातर चाहिए। कहना होर कोई इलाज नहीं, कहता नहीं। देखो नाम जपण वाला सिद्धदीप ऋषि कहना चंगा बई लैला शरीर। देखो किहो जी ये अदृष्ट लोग जिहड़े देवते ने ऋषि ने उस मंडल की गल है। तो कहते ने उस दीप ऋषि ने क्या भी तू जिवें चाहुंदा शरीर लैला। कहते दुध पा दिता गया वो शरीर के उत्ते, अंदर ने गऊआं छड्डियां, गऊआं की जीभ सी, उहदे उत्ते हजे छाले सन, जिहड़ा उहदा सारा मास कट गया, हड्डियां हड्डियां रहियां। वो हड्डियां की अंदर ने गदा बनाई जिन्होंने बजर कहते हैं। वो हड्डियां की गदा बनी जिन्होंने बजर कहते हैं। तो हजूर सतगुरु गुरु अर्जन देव महाराज ने वचन वरत्या है कि हे मनुख तैनूं ऐसी तेरे उत्ते किहड़ी विपता पैंदी है, इंदर की गदा तो कोई है नहीं है कि तेरे सिर के उत्ते पै जाए। नाम सिमरन वेले तू इउं चुप कर जाना जिवें अंदर की गदा सिर के उत्ते आके पै जाए। और 8-900 दैत से जिहड़े उहदी गदा ने दैंतां का नाश कर दिता सी, तेरे तक कोई शब्द उत्ते गदा पैंदी नहीं है। तू इस वजह से क्यों डरदा, क्यों चुप कर जाना नाम सिमरन वेले। इन्नी महानता सतगुरु जी ने दर्शाई है कि नानक सो प्रभ सिमरिया तिस देही को पाल। इस देह की पालना करनी है, जिहड़ी प्रतिपालना करनी है आपां देह दी, ये सेहत नूं चंगा रखण दे लई सतगुरु ने दान दिता है बाणी का। जिहड़ा बाणी का सिमरन करदा, देखो 3 हिस्से ने साडे शरीर दे, एक मन है, एक देह है, एक आत्मा है। शरीर नूं आपां बहुत चंगी खुराक दिंदे हैं, शरीर दीयां गल्लां सुणदे आं आपां ज़्यादा। पर बाबा जी कहते, बाबा फरीद साहब कहते ने कि इन्नियां भी इहदियां गल्लां ना सुण कि ये भौंकण लग जाए। जे शरीर भौंकण लग गया ना, फिर ये तेरे काबू विच नहीं आना है। जे गिज गया पुट्ठा, फिर ये काबू विच नहीं आना है। तो बाबा जी कहते हैं कन्नी बुझे दे रहा किती बग्गे पाउण। कन्ना दे विच बुझे दे रहा, एक शरीर बहुत भौंकदा, बहुत रौला पाउंदा, इहदियां गल्लां ज़्यादा ना सुण। जे शरीर दीयां गल्लां ज़्यादा सुणन लग गया, इहने शरीर ने तेन खा जाना। शरीर ने आत्मा की भी खुराक तेरे पहुँचण नहीं देनी, मन की भी खुराक पहुँचण नहीं देनी, कला शरीर का ना बनती। इस करके सतगुरु ने चेतावनी दी है कि भलके उठ फफोली है बिन बुझे मुग्ध उजाड़। छोप्रभ चितना आवई छुट्टैगी बेबान। तड़के उठ के, तड़के तो उठ के, सवेर तो उठ के फफोड़िया, फफोड़िया तो भाव है जिवें मूँह दे विच कोई चीज़ रख के आपां खांदे नहीं, उहनूं मूँह दे विच घुमाई जांदे आ। सवेर तो ला के शाम तक इस देही की पालना करते ही लग्या रहना है। तो जे इस देही ने नाम ना सिमरिया, जे इस देही तो तैं कम ना कोई लिया, तो महाराज कहते ने सोप्रभ चितना आवई। जे इन्नी खुराक दिंदियां होया, इन्नी प्रतिपालना करदियां होया तेन वाहिगुरू चेते ना आया, छुट्टै की बेबान। बेबान कहते ने मड़ियां दे विच, मसाणा दे विच इन्हें छड़ जाना, तेन फिर की करेगा। अंत ही है ना देह का, जिन्नी मर्जी पाल लीए, जिन्ना मर्जी इन्हूं खुराक दे लीए, जिन्ना मर्जी इन्हूं सोहणे कपड़े पवा लीए, पर जे इस देही नूं देही दे विच रह के वाहिगुरू दा नाम जप के इत्थे धरती ते मुख उजले दे नाल ते वाहिगुरू दे दरगाह दे विच उजले मुख दे नाल ना गए, तां बाबा जी कहते ने, बाबा फरीद साहब जी कि जालण गोरा नाल उलंघ जीस। जिहड़ा शरीर है, शरीर नूं इन्नियां खुराकां दित्तियां, इन्ना सोहना पालिया, ते इह तां बालण है जिहड़ा अग ने साड़ देना। गोरां दे विच मुसलमान साड़ दिंदे ने मिट्टी दे विच, ते आपां अग दे विच साड़ दिंदे आ। ईसाई जिहड़े ने पारसी ने खूह दे विच सट्टदे ने, इन्हां कुत्ते खां खा जांदे हन। ते इह तां बालण है, जालण है गोरां दा। जालण गोरां नाल उलंघ जी सहे। आत्मा जिहड़ी है, जिहड़ी वाहिगुरू दे दरबार दे विच जाके उलंघ सहिंदी है। उत्थे रेरे करके धक्क दिता जाता, निकल जा बाहर, इत्थे की लोड़ नहीं, चल 83 लाख जूना में फिर घूम। सो यह है शरीर। एक है शरीर साध संगत जीओ जिहड़ा इस वाहिगुरू ने सानू इस धरती के उत्ते दिता है। दूजा है मन, तीजी है आत्मा। शरीर में बड़ी खुराक दिंदे हैं,
ਮਨ ਨੂੰ ਆਪਾਂ ਖੁਰਾਕ ਹੈ ਜਿਹੜੀ ਦੇਣੀ ਚਾਹੀਦੀ ਉਹ ਮਨ ਨੂੰ ਆਪਾਂ ਖੁਰਾਕ ਨਹੀਂ ਦਿੰਦੇ। ਮਨ ਨੂੰ ਖੁਰਾਕ ਬਾਣੀ ਦੀ ਚਾਹੀਦੀ ਹੈ, ਮਨ ਨੂੰ ਖੁਰਾਕ ਗਿਆਨ ਦੀ ਚਾਹੀਦੀ ਹੈ। ਪਰ ਆਪਾਂ ਗਿਆਨ ਕਿਹੜਾ ਦਿੰਦੇ ਇਹਨਾਂ ਨੂੰ? ਇੰਟਰਨੈਟ ਦੇ ਉੱਤੇ ਬਹਿ ਜਾਂਦੇ, ਇੰਟਰਨੈਟ 'ਤੇ ਬਹਿ ਕੇ ਸਾਰਾ ਡਾਟਾ ਜਿਹੜਾ ਅੰਕੜੇ ਨੇ ਉਹ ਗਲਤ ਨਾਲ ਇਹਨੂੰ ਤੂਸ ਦਿੰਦੇ ਆ, ਭਰ ਦਿੰਦੇ ਆ, ਝੂਠ ਦੇ ਨਾਲ ਭਰ ਦਿੰਦੇ ਆ, ਕੂੜ ਦੇ ਨਾਲ, ਤੂੜੀ ਦੇ ਨਾਲ ਭਰ ਦਿੰਦੇ ਆ। ਸੋ ਇਹ ਭਰਿਆ ਹੋਇਆ ਹੈ। ਕੀ ਕਰਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਮੈਂ ਸਮਝਿਆ ਸੀ ਮੈਂ ਬਹੁਤ ਵੱਡਾ ਵਿਦਵਾਨ ਹੈ। ਦੇਖੋ ਪੰਥ ਦੇ ਵਿੱਚ ਕਿੰਨੀ ਸੁੰਦਰ ਵਿਆਖਿਆ ਆਪ ਜੀ ਨੇ ਕੀਤੀ ਹੈ। ਸੰਤ ਸਕਾਲਰ ਕਰਕੇ ਆਪ ਜੀ ਜਾਣੇ ਜਾਂਦੇ ਨੇ। ਪੰਜਵਾਂ ਦਰਿਆ ਹੈ ਜਿਹੜਾ ਪੰਜਾਬ ਦਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਕਿਹਾ ਜਾਂਦਾ, ਜਿਹਨੇ ਪੰਜਾਬੀ ਦੀ ਗੁਰਮਤਿ ਇੰਨੀ ਸੇਵਾ ਕੀਤੀ। ਕਿਉਂ ਕਹਿੰਦੇ ਮੈਂ ਸਾਰੀ ਉਮਰ ਉਹਨਾਂ ਨੇ ਨਾਂ ਨਹੀਂ ਲਿਆ ਉਹਨਾਂ ਮਹਾਂਪੁਰਖਾਂ ਦਾ ਜਿਹਨਾਂ ਦੀ ਸੰਗਤ ਕਰਦੇ ਰਹੇ, ਨਾਂ ਨਹੀਂ ਦੱਸਿਆ ਉਹਨਾਂ ਨੇ। ਪਰ ਕਹਿੰਦੇ ਜਦੋਂ ਮੈਂ ਆਪਣੇ ਵਿਦਿਆ ਦਾਤੇ ਦੇ ਕੋਲ ਗਿਆ ਮੈਂ ਸਮਝਦਾ ਸੀ ਮੈਂ ਬਹੁਤ ਪੜ੍ਹਿਆ ਲਿਖਿਆ ਹਾਂ, ਬੜਾ ਗ੍ਰੰਥ ਇਕੱਠੇ ਕੀਤੇ, ਬਹੁਤ ਕੁਛ ਮੇਰਾ ਇਕੱਠਾ ਕੀਤਾ ਹੋਇਆ ਹੈ। ਜਦ ਮੈਂ ਕੋਲ ਉਹਨਾਂ ਦੇ ਜਾ ਕੇ ਮੱਥਾ ਟੇਕਿਆ ਤਾਂ ਮੈਨੂੰ ਕਹਿੰਦੇ ਵੀ ਝੂਠ ਇਹਨੂੰ ਲੈ ਜਾ ਪਰੇ, ਵੀ ਸਾਰੀ ਕਾਲ ਖਰ ਝੂਠ ਮਨ ਦੇ ਵਿੱਚ ਭਰੀ ਪਈ ਹੈ ਤਾਂ ਬਹੁਤ ਧੋਣੀ ਕੋ ਮੰਨਣਾ ਕੋਈ ਗੰਦਾ ਹੋਇਆ ਪਿਆ ਤੇਰਾ ਕੱਚ ਕੌਲ ਹੈ ਜਿਹੜਾ ਸਿਰ ਦਾ। ਤਾਂ ਮੈਨੂੰ ਬੜੀ ਸ਼ਰਮ ਆਈ। ਮੈਂ ਸਮਝਦਾ ਸੀ ਬੜੀ ਸੂਚਨਾ ਇਕੱਠੀ ਕੀਤੀ, ਬੜਾ ਇਹਦੇ ਵਿੱਚ ਗਿਆਨ ਇਕੱਠਾ ਕੀਤਾ। ਇਹ ਤਾਂ ਕਿਸੇ ਕੰਮ ਦਾ ਨਹੀਂ, ਕਹਿੰਦੇ ਸਾਰਾ ਧੋਣਾ ਪਵੇਗਾ, ਸਾਰਾ ਧੋਤਾ ਜਿੰਨਾ ਪੜ੍ਹਿਆ ਲਿਖਾ, ਸਾਰੀ ਇਲਮ ਦੀ ਜਿਹੜੀ ਹੈ ਧੂੜ ਲਾਹੀ ਮਨ ਦੇ ਵਿੱਚੋਂ, ਤੇ ਫਿਰ ਸਿਮਰਨ ਦੀ ਦਾਤ ਦਿੱਤੀ, ਫਿਰ ਸਿਮਰਨ ਵਾਲੇ ਪਾਸੇ ਤੁਰੇ। ਇਹ ਸਾਡੇ ਮਨ ਦਾ ਹਾਲ ਹੈ। ਮਨ ਦੀ ਖੁਰਾਕ ਹੈ ਜਿਹੜੀ, ਮਨ ਦੀ ਵੀ ਖੁਰਾਕ ਹੈ, ਮਨ ਨੂੰ ਵੀ ਖੁਰਾਕ ਦੇਣੀ ਹੈ। ਸੋ ਮਹਾਂਪੁਰਖ ਕਹਿੰਦੇ ਹੁੰਦੇ ਨੇ ਕਿ ਜਾਂ ਤਾਂ ਗੁਰਬਾਣੀ ਪੜ੍ਹੀਏ, ਗੁਰੂ ਦਾ ਇਤਿਹਾਸ ਪੜ੍ਹੀਏ, ਜਾਂ ਕਿਸੇ ਮਹਾਂਪੁਰਖ ਨੇ ਜਿਸ ਨੇ ਸਾਧੂ ਬਣ ਕੇ, ਜਿਸ ਨੇ ਗੁਰੂ ਦੀ ਬਾਣੀ ਆਪਣੇ ਜੀਵਨ ਦੇ ਵਿੱਚ ਹੰਢਾਈ ਹੈ, ਬਾਣੀ ਕਮਾਈ ਹੈ, ਜਾਂ ਉਹਦਾ ਜੀਵਨ ਪੜ੍ਹੀਏ। ਉਹ ਸੰਸਾਰ ਦੇ ਵਿੱਚ ਪੜ੍ਹਨ ਵਾਲੀ ਕੋਈ ਚੀਜ਼ ਨਹੀਂ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਇਆ ਕਰਦੇ ਨੇ, ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਬੰਦ। ਨਾਮ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਨਾਮ ਦਾ ਦਾਨ ਬਖਸ਼ਿਸ਼ ਕੀਤਾ ਹੈ, ਤੇ ਨਾਮ ਸਦਾ ਰਹਿਣ ਵਾਲਾ ਸੰਸਾਰ ਦੇ ਵਿੱਚ, ਨਾਮ ਨੂੰ ਜਪਣ ਵਾਲਾ ਸਾਧੂ। ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ ਵਾਹਿਗੁਰੂ ਰਹਿਣ ਵਾਲਾ ਹੈ। ਗੋਬਿੰਦ ਦਾ ਰੂਪ ਸਤਿਗੁਰੂ ਰਹਿਣ ਵਾਲਾ ਹੈ। ਸਤਿਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਸਾਧੂ ਰਹਿਣ ਵਾਲਾ ਹੈ। ਤੇ ਸਾਧੂ ਦੇ ਹਿਰਦੇ ਅੰਦਰ ਨਾਮ ਵਸਿਆ ਹੁੰਦਾ ਹੈ। ਇਹ ਸੰਸਾਰ ਵਿੱਚ ਫਿਰ ਰਹਿਣ ਵਾਲੀਆਂ ਚੀਜ਼ਾਂ, ਫਿਰ ਨਾਰਾਇਣ, ਫਿਰ ਗੁਰੂ, ਫਿਰ ਸਾਚਾ ਵਿਚਾਰ, ਇਹ ਫਿਰ ਚੀਜ਼ਾਂ ਹਨ। ਜਿਹੜਾ ਇਹਨਾਂ ਨਾਲ ਜੁੜ ਗਿਆ ਉਹ ਬਚ ਸਕਦਾ, ਬਾਕੀ ਸਾਰੀ ਦੁਨੀਆ ਜਿਹੜੀ ਨਾਸ ਹੋ ਜਾਂਦੀ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜਦੋਂ ਵਾਹਿਗੁਰੂ ਕੇ ਅਰਦਾਸ ਕਰਦੇ ਨੇ, ਗੁਰੂਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਕਿਆ ਮੰਗੋ ਕਿਸ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਵ। ਇਹ ਸੱਚੇ ਪਾਤਸ਼ਾਹ ਜੇ ਤੂੰ ਦਾਨ ਦੇਵੇਂ ਮੈਂ ਕੀ ਮੰਗਾਂ ਤੇਤੋਂ, ਕਿਹੜੀ ਚੀਜ਼ ਮੰਗਾਂ? ਕੋਈ ਸੰਸਾਰ ਦੇ ਵਿੱਚ ਫਿਰ ਰਹਿਣ ਵਾਲੀ ਚੀਜ਼ ਹੈ ਹੀ ਨਹੀਂ। ਕਿਹੜੀ ਚੀਜ਼ ਫਿਰ ਰਹਿਣ ਵਾਲੀ ਹੈ? ਇਸ ਨਾ ਦੇਹ ਫਿਰ ਰਹਿਣ ਵਾਲੀ ਹੈ, ਨਾ ਸੰਸਾਰ ਫਿਰ ਰਹਿਣ ਵਾਲਾ ਹੈ, ਨਾ ਰਾਜ ਭਾਗ, ਕੋਈ ਚੀਜ਼ ਵੀ ਫਿਰ ਰਹਿਣ ਵਾਲੀ ਨਹੀਂ ਹੈ। ਸੋ ਇੱਕ ਦੀਜਾ ਨਾਮ, ਮੈਂ ਦੀਜਾ ਨਾਮ ਪਿਆਰੀ ਜੀਓ ਮੈਨੂੰ, ਹੇ ਪਿਆਰੇ ਵਾਹਿਗੁਰੂ ਮੈਨੂੰ ਨਾਮ ਦਾ ਆਸਰਾ ਬਖਸ਼। ਇਹ ਹੈ ਸਾਧ ਸੰਗਤ ਮਨ। ਤੀਜੀ ਜਿਹੜੀ ਹੈ ਦਾਤ ਉਹ ਹੈ ਆਤਮਾ। ਆਤਮਾ ਸਿਮਰਨ ਦੇ ਆਸਰੇ ਜਿਉਂਦੀ ਹੈ, ਆਤਮਾ ਯਾਦ ਦੇ ਆਸਰੇ ਜਿਉਂਦੀ ਹੈ। ਜੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਸਹੀ ਖੁਰਾਕ ਮਿਲਦੀ ਜਾਵੇ ਫਿਰ ਸਾਧ ਸੰਗਤ ਸਰੀਰ ਹੈ ਜਿਹੜਾ ਉਹ ਤੰਦਰੁਸਤ ਰਹਿੰਦਾ ਹੈ। ਸੋ ਦੀਵਾਨ ਸਾਹਿਬ ਦਾ ਵਚਨ ਹੈ, ਉਹਨਾਂ ਦੀ ਪਵਿੱਤਰ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨਿਲ ਸੇਵਕ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਕਰ ਬਜ਼ੁਰਗੀ ਬਾਇਦਤ ਉਨ ਬੰਦਗੀ, ਮਰਨਾ ਆਖਰ ਨੀ ਕਸ਼ੀ ਸ਼ਰਮਿੰਦਗੀ। ਜੇ ਤੂੰ ਸੁਖੀ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਜ਼ਿੰਦਗੀ ਦੇ ਵਿੱਚ, ਜੇ ਚਾਹੁੰਦਾ ਸਰੀਰ ਤੰਦਰੁਸਤ ਰਹੇ, ਜੇ ਚਾਹੁੰਦਾ ਸਦਾ ਯਾਦ ਵਸੀ ਰਹੇ ਵਾਹਿਗੁਰੂ ਦੀ ਹਿਰਦੇ ਅੰਦਰ, ਜਿਹੋ ਜਿਹਾ ਆਨੰਦ ਸਤਿਗੁਰਾਂ ਨੇ ਮਾਣਿਆ ਹੈ, ਇਹੋ ਜਿਹੀ ਦਾਤ ਤੈਨੂੰ ਪ੍ਰਾਪਤ ਹੋਵੇ, ਤਾਂ ਭਾਈ ਸਾਹਿਬ ਜੀ ਕਹਿੰਦੇ ਨੇ, ਗਰ ਬਜ਼ੁਰਗੀ, ਬਜ਼ੁਰਗ ਕਹਿੰਦੇ ਨੇ ਸਿਆਣੇ ਨੂੰ, ਜਿਹਦੇ ਅੰਦਰ ਗਿਆਨ ਦਾ ਚਾਨਣ ਹੋਇਆ ਹੋਵੇ, ਬਾਇਦਤ ਕੁਨ ਬੰਦਗੀ, ਤਾਂ ਬੰਦਗੀ ਕਰ, ਤਾਂ ਬੰਦਗੀ ਕਰ, ਯਾਦ ਬਸ ਉਸ ਦੀ ਸਦਾ ਯਾਦ ਕਰ, ਵਰਨਾ ਆਕਰ ਨਹੀਂ ਕਸ਼ੀ ਸ਼ਰਮਿੰਦਗੀ। ਇਹ ਨਾ ਹੋਵੇ
कि सारी जिंदगी लंघ दवे, अखीर दे विच तैनूं शर्मिंदगी तेरे पल्ले पै जाए। सो ये तीन चीज़ां हन जिहड़ियां नूं खुराक चंगी मिलती रहे तो ये देह सुंदर रहिंदी है। इस देह के अंदर वाहिगुरू का वासा हो जाता है। आत्मा, मन ते शरीर जे ये चीज़ां बैलेंस दे विच रखीए आपां फिर सुख प्राप्त होता है जी। तो सतगुरु गुरु नानक साहब को ला के गुरु गोबिंद सिंह महाराज का, गुरु ग्रंथ साहब महाराज की जिन्नी बाणी का दान सानू प्राप्त होया है, इस दान दे विच सतगुरु ने ये बड़ियां दातां दित्तियां हन, सानू याद दे नाल जोड़िया है। जे अज दे समय दे विच तुसीं इस संसार दे विच आपां सारे विचरदे हां, मनुख का भार वध जाता है, मनुख नूं अनेकां किस्म के रोग आउंदे हन, अनेकां क्लेश जिंदगी दे विच आउंदे हन। क्यों आउंदे हन? इन्हां दा कारण यही है भी आपां बाणी नहीं पढ़दे। जिहड़ी शरीर नूं सही खुराक है वो दिंदे ही नहीं। ना सिमरन की दात प्राप्त होंदी है, ना मन नूं खुराक मिलती है, ना शरीर नूं प्राप्त होंदी है। सो भाई साहब भाई गुरदास साहब जी के भी वचन हैं, संजम रहे ना खाए पथ, खट्टा मिठा साओ चखंदा, बिन संजम नित रोग बदलदा। रोग दे बदन का तेरा कारण है, तू संजम दे विच नहीं है। जिहड़ी रहत मर्यादा सतगुरु ने बख्शिश की है उसका कारण यही है, हरेक चीज़ रहत दे विच रखी है, हरेक चीज़ मर्यादा दे विच रखी है। जदों दुख आउंदा है उसका कारण हुंदा असीं मर्यादा तोड़ रहे, बंधना तो हद तो बाहर जाते हैं। जदों किसी चीज़ की हद टुटती है उत्थे रोग आउंदा, उत्थे दुख आउंदा, उत्थे कलेश आउंदा। सो भाई साहब कहते हैं संजम रहा ना खाए पथ, ਇਹਦਾ खाना पथ ਦੇ ਵਿੱਚ खाना मर्यादा ਦੇ ਵਿੱਚ नहीं है। पथ का मतलब मर्यादा, ਇਹਦਾ खाना मर्यादा ਦੇ ਵਿੱਚ नहीं, मन मर्यादा ਦੇ ਵਿੱਚ नहीं रहता, ਤੇ आत्मा ਨੂੰ खुराक मर्यादा ਵਿੱਚ नहीं मिलती, शरीर ਨੂੰ खुराक मर्यादा ਦੇ ਵਿੱਚ नहीं मिलती। इस करके ये दुखी ਹੁੰਦਾ है। खट्टा मिठा साओ ठंडा, कदे खट्टे स्वाद ਵਿੱਚ आ ਜਾਂਦਾ है, कदे मिठे स्वाद ਦੇ ਵਿੱਚ आ ਜਾਂਦਾ है, कदे दुख तो डरता है, कदे सुखों के लाभ ਵਿੱਚ होर करता ਹੁੰਦਾ है। इवें ਦੀ सारी जिंदगी बर्बाद होती है। तो इस करके सतगुरु ने यह चेतावनियां दित्तियां ने बाणी दे विच, सेहत नूं ठीक रखण लई। अपना जिहड़ा वैद है देखो, 10 ग्रंथ की बाणी ते किन्ना किंतु परंतु हुंदा है, पर जे आपां मत्था टेक के भाई मनी सिंह नूं शुक्रगुजार होईए कि जिन्हां ने बाणी इकट्ठी कीती। जिन्ने सूरमे हैं पंजाब दे विच, जिन्ने गुरमुख सूरमे गुरु इतिहास दे विच होए, भाई मनी सिंह जी, बाबा दीप सिंह जी, सरदार महताब सिंह जी, भाई सुखा सिंह जी, सरदार जस्सा सिंह आलूवालिया, बाबा बघेल सिंह जी, नवाब कपूर सिंह जी, जिन्हों के नाम लईए कि सूरमे हैं जिन्होंने 10 ग्रंथ की बाणी का सत्कार किया। उन्होंने वेले भी इस बाणी पढ़िया जाता है। उन्होंने किसी ने किंतु नहीं किया, पर अज के समय असीं किंतु कर लगे, जिस करके कलेश साडे गल पए। सो कहते हैं 10 ग्रंथ दे विच, 10 ग्रंथ दे विच एक वैद, एक अवतार लिखा, 24 अवतारां की कथा दी है। 24 अवतारां दे विचों एक अवतार वैद अवतार होकर प्रगट किया वाहिगुरू ने, उसदा नाम धनवंतरी वैद है। तुसीं सारिआं ने कहानियां सुणीआं होणगीआं। धनवंतर वैद है जिहड़े जड़ा बूटियां ने, जिहड़ियां जड़ा बूटियां दा संसार नूं इह चानण दित्ता है कि जो वाहिगुरू ने पैदा किया है ना, उस वो चीज़ है जिहड़ी हरेक चीज़ है, किसी का कोई उहदा मंतव है। हरेक जड़ी बूटी के विच इलाज लिखा, हरेक जड़ी बूटी के विच इलाज लिखा। जिहड़ा हरमन वैद है वो सारियां जड़ियां बूटियां दे, पुराने वैद ने जिहड़े योग मत है, जिहड़ा सारा कुछ जड़ा बूटियां नाल इलाज करते हैं। जिहड़े सिख वैद ने वो जड़ा बूटियां ही खाना खा के खाना बंदे का कंट्रोल करके दस दिंदे भी इस तेरे अंदर इस चीज़ की मात्रा वध है। सो इत्थे कमेटी वाला का पता लगे गल भी गुरुद्वारे में अपने काल आती है भी तुसीं 5 बाणियां काहदे पढ़दे, तुसीं 3 बाणियां पढ़िया करो। इत्थे मैनूं समझ नहीं आती भाई लोग करन की लागे। जिहड़ी मर्यादा है गुरु गोबिंद सिंह महाराज ने तोरी, जिहड़ियां बाणियां गुरु गोबिंद सिंह महाराज ने दर्शाइयां भी खालसे ने ये करनियां ने, सिर्फ गुरु गोबिंद सिंह महाराज बदल सकते हैं उस मर्यादा। गुरु ही बदल सकता है। जिहड़ा सिख है, सिख उठ के किवें कह सकदा भी असीं मर्यादा बदलदी? गुरु पद नूं चैलेंज कौन करने वाला? साडे विच जिहड़ी मर्यादा गुरु पातशाह ने दित्ती है, इहनूं गुरु ही बदल सकदा, गुरु ही कह सकदा है।
ਹੋਰ ਸਿੱਖ ਦੇ ਅਧਿਕਾਰ ਦੇ ਵਿੱਚ ਇਹ ਗੱਲ ਹੈ ਨਹੀਂ, ਜਿਹੜੀ ਸਾਡੇ ਅਧਿਕਾਰ ਦੇ ਵਿੱਚ ਗੱਲ ਹੈ ਹੀ ਨਹੀਂ, ਉਹਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ। ਸੋ ਸਾਧ ਸੰਗਤ, ਇਹ ਸਿੱਖੀ ਦੇ ਸਿਦਕ ਦੇ ਮਹਿਲ ਨੂੰ ਅੱਗ ਲਾਉਣ ਵਾਲੀ ਗੱਲ ਹੈ। ਆਪਣੇ ਘਰ ਦੇ ਕਲੇਸ਼ ਬਹੁਤ ਪਏ ਹੋਏ ਨੇ, ਇਹਨਾਂ ਕਲੇਸ਼ਾਂ ਤੋਂ ਅਸੀਂ ਬਚਣਾ, ਇਹਨਾਂ ਕਲੇਸ਼ਾਂ ਤੋਂ ਸਾਨੂੰ ਸਦਾ ਵਾਸਤੇ ਸੁਚੇਤ ਹੋਣਾ ਰਹਿਣਾ ਵੀ ਕਿੱਥੇ ਸਾਡੇ ਵਿੱਚ ਕਲੇਸ਼ ਪੈਂਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਜਿਹਨੇ ਗ੍ਰੰਥੀ ਹੁੰਦੇ ਸਨ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਵਾਲੇ, ਏਡੇ ਉੱਚੇ ਜੀਵਨ ਵਾਲੇ ਹੁੰਦੇ ਸਨ, ਉਹ ਮਧੂਕੜੀ ਇਕੱਠੀ ਕਰਦੇ ਸਨ। ਮਧੂਕੜੀ ਹੁੰਦੀ ਸੀ ਵੀ ਇੱਕ ਡਾਲੀ ਲੈ ਲੈਣੀ, ਬਾਲਟੀ ਲੈ ਲੈਣੀ, ਜਾਂ ਲੱਕੜੀ ਦਾ ਜਿਹੜਾ ਦੁੱਧ ਦੀਆਂ ਛਟੀਆਂ ਦਾ ਛਾਬਾ ਬਣਾਇਆ ਹੁੰਦਾ ਸੀ, ਉਹ ਲੈ ਕੇ ਘਰ ਘਰ ਫਿਰਦੇ ਸਨ। ਉਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਦੇ ਦਰ ਤੇ ਕੁਝ ਹੈ ਨਹੀਂ, ਉਹਦੇ ਘਰ ਦੇ ਵਿੱਚ ਕੁਝ ਹੈ ਨਹੀਂ। ਆਪਾਂ ਇੱਥੇ ਦੇਖ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਰੋਜ਼ ਕੀਰਤਨ ਹੁੰਦਾ, ਕਿਹੜੀ ਚੀਜ਼ ਦਾ ਘਾਟਾ ਇੱਥੇ? ਅੰਨ ਪਾਣੀ ਦਾ। ਅੰਨ ਪਾਣੀ ਨਹੀਂ ਸੀ ਇਕੱਠਾ ਕਰਨ ਜਾਂਦੇ, ਅੰਨ ਪਾਣੀ ਇਕੱਠਾ ਕਰਨਾ ਇੱਕ ਬਹਾਨਾ ਸੀ। ਉਹ ਘਰ ਘਰ ਜਾ ਕੇ ਦੇਖਦੇ ਸਨ, ਹਰੇਕ ਘਰ ਦੇ ਵਿੱਚ ਜਾ ਕੇ, ਕਿ ਬੀਬੀਆਂ ਦਾ ਜੀਵਨ ਕਿਹੋ ਜਿਹਾ ਹੈ। ਕਿਤੇ ਦੀਆਂ ਵੀ ਆਪਸ ਦੇ ਵਿੱਚ ਲੜਦੇ ਨਹੀਂ, ਲੜਦੇ ਤਾਂ ਨਹੀਂ, ਬੱਚੇ ਇਹਨਾਂ ਦੇ ਆਖੇ ਲੱਗਦੇ ਨੇ ਕਿ ਨਹੀਂ, ਕਿਤੇ ਘਰ ਦੇ ਵਿੱਚ ਕੋਈ ਤੰਗੀ ਤਾਂ ਨਹੀਂ ਆਈ, ਕਲੇਸ਼ ਤਾਂ ਨਹੀਂ ਆਇਆ, ਨਸ਼ਾ ਤਾਂ ਨਹੀਂ ਵੜ ਗਿਆ ਘਰ ਦੇ ਵਿੱਚ, ਵਾਲ ਤਾਂ ਨਹੀਂ ਕੱਟਣ ਲੱਗ ਗਏ। ਇਹ ਸਾਰੀਆਂ ਗੱਲਾਂ ਗ੍ਰੰਥੀ ਸਿੰਘ ਸਨ ਜਿਹੜੇ ਉਹ ਜਾ ਕੇ ਘਰਾਂ 'ਚ ਦੇਖ ਕੇ ਆਉਂਦੇ ਸਨ। ਜਿਹੜੇ ਘਰ ਦੇ ਵਿੱਚ ਕਲੇਸ਼ ਹੋਣਾ, ਉੱਥੇ ਫਿਰ ਉਹਨਾਂ ਨੇ ਸਮੂਹਕ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਨਾਂ ਲੈ ਕੇ ਨਹੀਂ, ਉਹ ਸਾਰੀਆਂ ਗੱਲਾਂ ਸਮਝਾਉਣੀਆਂ ਵੀ ਭਾਈ ਸਾਡੇ ਕਲੇਸ਼ ਕਿਉਂ ਆਉਂਦੇ ਨੇ, ਅਸੀਂ ਬਾਣੀ ਛੱਡ ਦਿੱਤੀ ਹੈ, ਇਹ ਮਰਜ਼ਾਦਾ ਟੁੱਟ ਰਹੀ ਹੈ, ਜਿਹਦੀ ਕਰਕੇ ਕਲੇਸ਼ ਆਉਂਦੇ। ਲੋਕ ਸਮਝ ਜਾਂਦੇ ਸੀ, ਲੋਕ ਇਸ ਗੱਲ ਸਮਝ ਕੇ ਫੇਰ ਰਸਤੇ ਤੇ ਆ ਜਾਂਦੇ ਸੀ। ਸੋ ਅੱਜ ਦਾ ਸਮਾਂ ਜਿਹੜਾ, ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਬਣਿਆ ਹੋਇਆ, ਠੀਕ ਹੈ, ਇੰਟਰਨੈਟ ਵੀ ਹੈ, ਇਹਨੇ ਵੀ ਕੰਮ ਕਰਨਾ ਹੈ, ਪਰ ਜੋ ਆਨੰਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦਰਸ਼ਨ ਕਰਕੇ, ਨਾਮ ਜਪਣ ਵਾਲਿਆਂ ਦੇ, ਸੇਵਾ ਕਰਨ ਵਾਲਿਆਂ ਦੇ ਦਰਸ਼ਨ ਕਰਕੇ ਸਾਨੂੰ ਸੁੱਖ ਪ੍ਰਾਪਤ ਹੋਣਾ ਹੈ, ਉਹ ਘਰ ਬੈਠਿਆ ਇੰਟਰਨੈਟ ਤੇ ਨਹੀਂ ਮਿਲਦਾ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੇ ਕੋਲ ਜਦੋਂ ਨਾਨਕ ਨਾਮ ਜਹਾਜ਼ ਫਿਲਮ ਬਣੀ ਹੈ ਨਾ, ਉਸ ਵੇਲੇ ਕਿਹਾ ਜੀ ਫਿਲਮ ਬੜੀ ਵਧੀਆ ਬਣੀ ਹੈ। ਦੇਖੋ ਸਾਧੂ ਦੇ ਵਚਨ ਆਪ ਜੀ ਨੂੰ ਮੈਂ ਯਾਦ ਕਰਾਵਾਂ, ਕਹਿੰਦੇ ਫਿਲਮ ਬਹੁਤ ਸੋਹਣੀ ਬਣੀ ਹੈ। ਕਹਿੰਦੇ ਕੀ ਉਹਦੇ ਵਿੱਚ ਸੋਹਣਾ ਬਣਿਆ? ਕਹਿੰਦੇ ਜੀ ਉਹਦੇ ਵਿੱਚ ਗੁਰਦੁਆਰੇ ਦਿਖਾਇਆ, ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਦਿਖਾਇਆ, ਸਾਰਾ ਖਜ਼ਾਨਾ ਦਰਸਾਤਾ। ਕਹਿੰਦੇ ਬੜਾ ਚੰਗਾ ਕੰਮ ਕੀਤਾ ਕਹਿੰਦੇ ਤੁਸੀਂ। ਕਹਿੰਦੇ ਉਹ ਖਜ਼ਾਨਾ ਆਪਣਾ ਕੋਈ ਦਿਖਾਉਂਦਾ ਹੁੰਦਾ ਦੂਜਿਆਂ ਨੂੰ? ਆਪਣਾ ਖਜ਼ਾਨਾ ਚੱਕ ਕੇ ਤੁਸੀਂ ਟੀਵੀ ਦੇ ਉੱਤੇ ਸਾਰੇ ਦੁਨੀਆ ਨੂੰ ਦਿਖਾਤਾ, ਕਹਿੰਦੇ ਨਹੀਂ ਚੱਕਣ ਆਉਣਗੇ। ਉਦੋਂ ਦਾ ਬਚਨ ਸਹਿਜ ਸੁਭਾਅ ਬੋਲਿਆ ਹੋਇਆ, ਸਾਰਾ ਖਜ਼ਾਨਾ ਸਾਡਾ ਚੱਕ ਕੇ ਦਿੱਲੀ ਵਿੱਚ ਲੈ ਗਏ। ਉਹ ਆਪਾਂ ਹੁਣ ਤੱਕ ਮਿੰਨਤਾਂ ਕਰਦੇ ਫਿਰਦੇ ਹਾਂ ਵੀ ਸਾਨੂੰ ਖਜ਼ਾਨਾ ਸਾਡਾ ਵਾਪਸ ਦੇ। ਆਪ ਤਾਂ ਅਸੀਂ ਦਿਖਾਉਂਦੇ ਹਾਂ, ਫਿਰ ਮਿੰਨਤਾਂ ਕਰਦੇ ਹਾਂ ਉਹਨਾਂ ਤੋਂ ਲੈਣ ਦੇ ਲਈ। ਫਿਰ ਕਹਿੰਦੇ ਹੋਰ ਕੀ ਆ ਫਿਲਮ ਦੇ ਵਿੱਚ? ਕਹਿੰਦੇ ਜੀ ਉਹਦੇ ਵਿੱਚ ਨਾਚ ਗਾਣਾ ਨਹੀਂ ਹੁੰਦਾ। ਕਹਿੰਦੇ ਪਹਿਲਾਂ ਬੇੜੀਆਂ ਦੇ ਵਿੱਚ ਬੱਟੇ ਪਾ ਦਿੰਦੇ ਹੋ, ਫਿਰ ਕਹਿੰਦੇ ਬੇੜੀ ਪਾਰ ਹੋ ਜਾਵੇ। ਜਿਹੜਾ ਗੰਦੇ ਗੀਤ ਗਾਉਣ ਲੱਗ ਜਾਣਾ, ਫਿਰ ਕਹਿੰਦੇ ਬੇੜੀ ਪਾਰ ਹੋ ਜਾਊ। ਬੇੜੀ ਕਿਵੇਂ ਪਾਰ ਹੋ ਜਾਊ? ਫਿਰ ਉੱਥੇ ਕਹਿਣਗੇ ਗੁਰੂ ਕੇ ਸਿੱਖੋ ਮੈਨੂੰ ਇਉਂ ਦੱਸੋ। ਦੇਖੋ ਸਵਾਲ ਸਾਧੂ ਦੀ ਸੋਚ ਕਿੱਥੇ ਗਈ ਹੈ? ਨਾਨਕ ਨਾਮ ਜਹਾਜ਼ ਦੇਖ ਕੇ ਜਾਂ ਹੋਰ ਫਿਲਮਾਂ ਦੇਖ ਕੇ ਮੈਨੂੰ ਇਉਂ ਦੱਸੋ ਵੀ ਕਿੰਨੇ ਬੰਦਿਆਂ ਨੇ ਅੰਮ੍ਰਿਤ ਛਕਿਆ? ਦੱਸੋ ਕਿੰਨਿਆਂ ਦੀ ਗਿਣਤੀ ਹੈ? ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਨਹੀਂ। ਫਿਰ ਕਹਿੰਦੇ ਕੀ ਫਾਇਦਾ ਇਹਨਾਂ ਫਿਲਮਾਂ ਦਾ? ਜੋ ਪ੍ਰਚਾਰ ਹੋਣਾ ਹੈ, ਜੋ ਸਿੱਖੀ ਦੇ ਜੀਵਨ ਦੇ ਵਿੱਚ ਤਬਦੀਲੀ, ਸਿੱਖਾਂ ਦੇ ਵਿੱਚ, ਲੋਕਾਂ ਦੇ ਵਿੱਚ ਤਬਦੀਲੀ ਆਉਣੀ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਆਉਣੀ ਹੈ, ਗੁਰਦੁਆਰਿਆਂ ਦੇ ਵਿੱਚ ਆਉਣੀ ਹੈ। ਸੋ ਜਿਹੜਾ ਗੁਰਦੁਆਰੇ ਆਵੇਗਾ, ਜਿਹੜਾ ਸੇਵਾ ਕਰੇਗਾ, ਸੇਵਾ ਸਿਮਰਨ ਕਰਨ ਵਾਲਿਆਂ ਦੇ ਦਰਸ਼ਨ ਕਰੇਗਾ, ਉਹਦਾ ਜੀਵਨ ਬਦਲੇਗਾ, ਉਹਦੇ ਅੰਦਰ ਚਾਹ ਪੈਦਾ ਹੋਵੇਗਾ ਛਕਣ ਦੀ। ਸੋ ਸਾਧ ਸੰਗਤ ਇਹ ਗੱਲਾਂ ਯਾਦ ਰੱਖਣੀਆਂ ਨੇ ਅਸੀਂ, ਤਾਂ ਕਿ ਸਾਡੇ ਹਿਰਦੇ ਅੰਦਰ ਸਦਾ ਸਿੱਖੀ ਦਾ ਚਾਨਣ ਵਸਦਾ ਰਹੇ, ਗੁਰੂ ਕੀ ਬਾਣੀ ਸਾਨੂੰ ਪ੍ਰਾਪਤ ਹੁੰਦੀ ਰਹੇ, ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਰਹੀਏ। ਸੋ ਇਹ ਗੱਲਾਂ ਯਾਦ ਰੱਖਣੀਆਂ ਹਨ। ਸੋ ਸਤਿਗੁਰੂ ਮਿਹਰਾਂ ਕਰਨਾ ਤਾਂ ਇਤਿਹਾਸ ਸੀ, ਇਤਿਹਾਸ ਦੀਆਂ ਗੱਲਾਂ, ਪਰ ਆਹ ਗੱਲਾਂ ਵਿੱਚ ਆ ਜਾਂਦੀਆਂ ਹਨ। ਇਹ ਵੀ ਆਪਣੇ ਦੇ ਲਈ, ਸਾਰਿਆਂ ਦੇ ਲਈ ਜ਼ਰੂਰੀ ਹਨ। ਸਭਨਾਂ ਨੇ ਇਹਨਾਂ ਗੱਲਾਂ ਨੂੰ ਆਪਣੇ ਚਿੱਤ ਵਿੱਚ ਰੱਖਣਾ ਹੈ, ਸੁਚੇਤ ਰਹਿਣਾ ਹੈ ਕਿ ਪੰਥ ਦੇ ਵਿੱਚ ਜਿਹੜੀਆਂ ਵੀ ਗੱਲਾਂ ਘਾਟਾ ਕੋਈ ਵੀ ਬੰਦਾ ਉੱਠ ਕੇ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਉੱਥੇ ਹੀ ਨੱਪ ਲੈਣਾ। ਇਹ ਤਾਂ ਨੱਪਣ ਵਾਲੀ ਸਮਰੱਥਾ ਸਾਡੇ ਅੰਦਰ ਆਵੇਗੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਆਪ ਕਰਾਂਗੇ, ਇਤਿਹਾਸ ਆਪ ਪੜਾਂਗੇ, ਕੀਰਤਨ ਆਪ ਸੁਣਾਂਗੇ, ਤੇ ਬੱਚੇ ਜਿਹੜੇ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਨਾਲ ਲੈ ਕੇ ਪਾਠ ਕਰਾਂਗੇ, ਕੀਰਤਨ ਸੁਣਾਵਾਂਗੇ, ਨਾਲ ਲੈ ਕੇ ਜਾਵਾਂਗੇ ਸੰਗਤ ਦੇ ਵਿੱਚ, ਤਾਂ ਇਹ ਦਾਤ ਪ੍ਰਾਪਤ ਹੋਵੇਗੀ।
ਸੋ ਇਹੀ ਮੇਰੀ ਆਪ ਦੇ ਚਰਨਾਂ ਵਿੱਚ ਸਾਰਿਆਂ ਦੇ ਵਿੱਚ ਅਰਦਾਸ ਇਹੀ ਹੈ। ਮੈਂ ਵੀ ਤੁਹਾਡੇ ਵਿੱਚ ਹੀ ਹਾਂ ਤੇ ਸਾਰੇ ਮਿਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ, ਗਰੀਬ ਨਿਵਾਜ ਸਾਡੇ ਉੱਤੇ ਤਰਸ ਕਰ, ਤਾਂ ਕਿ ਸਾਡੇ ਅੰਦਰ ਆਪ ਜੀ ਦੀ ਬਖਸ਼ੀ ਹੋਈ ਸਿੱਖੀ, ਕਹਿਣ ਨੂੰ ਅਸੀਂ ਸਾਰੇ ਹੀ ਸਿੱਖ ਹਾਂ, ਪਰ ਸਿੱਖੀ ਸਾਨੂੰ ਤਾਂ ਪ੍ਰਾਪਤ ਹੋਣੀ ਹੈ ਜੇ ਆਪ ਸਾਨੂੰ ਸਿੱਖੀ ਦਾ ਦਾਨ ਬਖਸ਼ੋਗੇ। ਸੋ ਸਿੱਖ ਸਖਾ ਬੰਧ ਹੈ ਭਾਈ, ਜੇ ਗੁਰੂ ਕੇ ਭਾਣੇ ਵਿੱਚ ਆਵੇ। ਸਿੱਖ ਉਹ ਹੈ ਜਿਹੜਾ ਗੁਰੂ ਜਿਹਦੇ ਤੇ ਗੁਰੂ ਤਰਸ ਕਰ ਲਵੇ, ਉਹਨੂੰ ਆਪਣੇ ਭਾਣੇ ਵਿੱਚ ਲਾਇਆ ਆਵੇ। ਨਹੀਂ ਜੇ ਆਪਣਾ ਭਾਣਾ ਜੋ ਚੱਲਾ ਭਾਈ, ਸੋ ਵਿਛੜ ਚੋਟਾਂ ਖਾਵੇ, ਉਹ ਵਿਛੋੜੇ ਦੀਆਂ ਚੋਟਾਂ ਖਾਂਦਾ ਹੈ। ਸੋ ਗਰੀਬ ਨਵਾਜ਼ ਮੇਰਾ ਕਰ ਇਹ ਇੰਨੀਆਂ ਕੁ ਵਿਚਾਰਾਂ ਸਾਡੇ ਹਿਰਦੇ ਵਿੱਚ ਵਸ ਜਾਣ, ਯੋਗ ਵਿਚਾਰਾਂ ਗੁਰਮਤਿ ਦੀਆਂ ਵਸ ਜਾਣ, ਤੇ ਜਿਹੜੀਆਂ ਕਮੀਆਂ ਹਨ ਉਹ ਮੇਰੀ ਝੋਲੀ ਵਿੱਚ ਪਾ ਦੇਣ। ਤੇ ਅਰਦਾਸ ਕਰਨੀ ਅੱਗੋਂ ਸਤਿਗੁਰੂ ਸਮਰਥ ਬਖਸ਼ਣ, ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀਓ, ਫਤਿਹ ਬੁਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ